ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਕਰਨੀ ਹੈਗੀ ਆਇਸ ਰੀਡਿੰਗ। ਆਇਸ ਰੀਡਿੰਗ 'ਚ ਆਪਣੇ ਕੋਲ ਸੈਕਸ਼ਨ ਹੈਗਾ MCQ। ਠੀਕ ਆ, MCQ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਹੈ ਨਾ ਪ੍ਰੋਬਲਮ ਫੇਸ ਕਰਨੀ ਪੈਂਦੀ ਆ। ਅੱਜ ਆਪਾਂ ਉਹਦੀ ਗੱਲ ਕਰਾਂਗੇ ਟਿਪਸ ਐਂਡ ਟ੍ਰਿਕਸ ਦੀ। ਠੀਕ ਆ, ਜਿਹੜੇ MCQ ਵਿੱਚ ਅਪਲਾਈ ਹੋ ਲੈਣ। ਜਿੰਨੇ ਵੀ ਰੀਡਿੰਗ ਵਿੱਚ ਸੈਕਸ਼ਨ ਹੁੰਦੇ ਆ ਨਾ, ਜਿੱਦਾਂ ਕਿ ਟਰੂ ਫਾਲਸ, ਨਾਟ ਗਿਵਨ, ਯੈਸ ਨੋ, ਨਾਟ ਗਿਵਨ ਹੈ ਨਾ, ਫਿਰ ਇੱਕ ਹੁੰਦਾ ਲਿਸਟ ਆਫ ਹੈਡਿੰਗਸ, ਲਿਸਟ ਆਫ ਪੀਪਲਸ ਹੈ ਨਾ, ਅਤੇ ਹੋਰ ਵੀ ਜਿੰਨੇ ਫਿਲਨ ਦੀ ਬਲੈਂਕਸ, ਸਿਨੋਨੀਅਮ ਫਿਲਨ ਦੀ ਬਲੈਂਕਸ, ਜੋ ਵੀ ਆਪਣੇ ਕੋਲ ਰੀਡਿੰਗ ਦੇ ਸੈਕਸ਼ਨਸ ਹੁੰਦੇ ਆ ਹੈ ਨਾ, ਉਹ ਸਾਰਿਆਂ ਦੀ ਇਸ ਚੈਨਲ ਉੱਤੇ ਵੀਡੀਓ ਹੈਗੀ। ਕਿ ਸੈਕਸ਼ਨ ਨੂੰ ਮੈਂ ਚੰਗੀ ਤਰ੍ਹਾਂ ਮਤਲਬ ਐਕਸਪਲੇਨ ਕੀਤਾ ਹੈ ਵੀ ਕਿੱਦਾਂ ਜਿਹੜੀਆਂ ਟਿਪਸ ਆਪਾਂ ਅਪਲਾਈ ਕਰ ਸਕਦੇ ਹਾਂ ਅਤੇ ਆਪਣੀ ਐਕੂਰੇਸੀ ਜਿਹੜੀ ਮੇਨਟੇਨ ਕਰ ਸਕਦੇ। ਤੁਸੀਂ ਉਹ ਵੀਡੀਓਜ਼ ਵਾਚ ਕਰੋ ਅਤੇ ਡੈਫੀਨੇਟਲੀ ਤੁਹਾਡੇ ਲਈ ਹੈਲਪਫੁਲ ਹੋਣਗੀਆਂ। ਚਲੋ ਆਪਾਂ ਅੱਜ MCQ ਦੀ ਗੱਲ ਕਰਦੇ ਹਾਂ। ਫਸਟ ਆਪਣੇ ਕੋਲ ਹੈਗਾ ਗਾ ਦ ਡੀਪ ਸੀ। ਠੀਕ ਆ, ਆਪਾਂ ਨੂੰ ਪਤਾ ਲੱਗਿਆ ਓਸ਼ੀਅਨਸ ਅਤੇ ਸੀ ਦੀ ਗੱਲ ਹੋ ਰਹੀ ਆ ਵੀ ਪੈਸੇਜ ਤੋਂ ਆਪਾਂ ਨੂੰ ਪਤਾ ਲੱਗ ਗਿਆ। ਹੁਣ ਆਪਾਂ ਜਸਟ ਸਿੱਧਾ ਜਿਹੜਾ ਕੁਐਸ਼ਚਨਸ 'ਤੇ ਚੱਲਦੇ ਹਾਂ। ਕੁਐਸ਼ਨ ਆਪਣੇ ਕੋਲ ਕੀ ਹੈਗਾ, ਇਨ ਦਾ ਫਸਟ ਪੈਰਾਗ੍ਰਾਫ। ਪਹਿਲਾਂ ਤਾਂ ਆਪਾਂ ਨੂੰ ਇਹੀ ਪਤਾ ਲੱਗਾ ਇਨ ਦਾ ਫਸਟ ਪੈਰਾਗ੍ਰਾਫ, ਲਾਈਕ ਫਸਟ ਪੈਰਾਗ੍ਰਾਫ ਜਿਹੜੀ ਲੋਕੇਸ਼ਨ ਹੈਗੀ ਹੈ। ਠੀਕ ਆ, ਦ ਰਾਈਟਰਸ ਫਾਈਂਡਸ ਇਟਸ ਸਰਪ੍ਰਾਈਜ਼ਿੰਗ ਦੈਟ। ਕੀ ਸਰਪ੍ਰਾਈਜ਼ ਸੀਗਾ ਉਹਨੇ ਦੇਖਿਆ ਸੀਗਾ। ਹੁਣ ਇੱਥੇ ਟਿਪ ਪਤਾ ਕੀ ਹੈਗੀ ਹੈ, ਟਿਪ ਇਹ ਆ ਕਿ ਤੁਸੀਂ ਜਿਹੜੀ A ਆਪਸ਼ਨ, B ਆਪਸ਼ਨ ਐਂਡ C ਆਪਸ਼ਨ ਐਂਡ D ਆਪਸ਼ਨ, ਜਿਹੜੀਆਂ ਆਪਸ਼ਨਸ 4 ਦਿੱਤੀਆਂ ਆਪਾਂ ਨੂੰ, ਉਹਨਾਂ ਨੂੰ ਤੁਸੀਂ ਨਹੀਂ ਦੇਖਣਾ। ਇੱਕ ਵਾਰੀ ਤੁਸੀਂ ਇਹਨਾਂ ਨੂੰ ਬਿਲਕੁਲ ਹਾਈਡ ਸਮਝੋ ਕਿ ਤੁਹਾਨੂੰ ਨਹੀਂ ਦਿਖ ਰਹੀ ਇਹ ਜਿਹੜੀਆਂ 4 ਦੀਆਂ 4 ਆਪਸ਼ਨਸ ਆਪਾਂ ਨਹੀਂ ਦੇਖਣੀਆਂ। ਜਸਟ ਆਪਾਂ ਜਿਹੜਾ ਕੁਐਸ਼ਨ ਹੈਗਾ ਉਹ ਦੇਖਿਆ। ਹੁਣ ਆਪਾਂ ਸਿੱਧਾ ਜਿਹੜਾ ਫਸਟ ਪੈਰਾਗ੍ਰਾਫ 'ਤੇ ਚੱਲਦੇ ਹਾਂ। ਆਪਾਂ ਦੇਖਣਾ ਕਿ ਉਹਨੇ ਸਰਪ੍ਰਾਈਜ਼ ਜਿਹੜੀ ਕਰਨ ਵਾਲੀ ਚੀਜ਼ ਕੀ ਦੇਖੀ ਸੀ। ਆਪਾਂ ਇਹਦੇ ਨਾਲ ਕੋਈ ਮੈਚਿੰਗ ਵਰਡ ਮਿਲ ਜੇ, ਜੇ ਫਿਰ ਨਾ ਮਿਲੇ ਤਾਂ ਆਪਾਂ ਸਾਰਾ ਜਿਹੜਾ ਪੈਰਾਗ੍ਰਾਫ ਪੜ੍ਹ ਲਾਂਗੇ। ਠੀਕ ਆ, ਦੇਖੋ ਆਪਣੇ ਇੱਥੇ ਮਿਲ ਗਿਆ ਅਮੇਜ਼ਿੰਗ। ਠੀਕ ਆ, ਇਟ ਇਜ਼ ਅਮੇਜ਼ਿੰਗ, ਅਮੇਜ਼ਿੰਗ ਸਰਪ੍ਰਾਈਜ਼ਿੰਗ। ਠੀਕ ਆ, ਦੇਖਦੇ ਹੁਣ ਆਪਾਂ ਕੀ ਇੱਥੇ ਗੱਲ ਆ। ਜੇਕਰ ਤੁਹਾਨੂੰ ਇੱਦਾਂ ਵਰਡ ਅਮੇਜ਼ਿੰਗ ਨਹੀਂ ਮਿਲੇ ਤਾਂ ਆਪਾਂ ਜਦੋਂ ਆਪਾਂ ਇਕੱਲੇ ਪੜ੍ਹਦੇ ਉਦੋਂ ਆਪਾਂ ਲਿਸਟ ਆਫ ਹੈਡਿੰਗ ਵੀ ਕਰਦੇ ਹਾਂ ਨਾ। ਪੈਰਾ ਪੜ੍ਹਨ 'ਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ, ਇੱਕ ਪੈਰਾ ਪੜ੍ਹ ਸਕਦੇ ਆਪਾਂ, ਸਾਰਾ ਉਹ 'ਚ ਚੰਗੀ ਤਰ੍ਹਾਂ ਆਪਾਂ ਨੂੰ ਸਮਝ ਆ ਜਾਊਗਾ। ਜੇ ਆਪਾਂ ਨੂੰ ਸਪੈਸ਼ਲ ਕੋਈ ਮਤਲਬ ਪੈਰਾਗ੍ਰਾਫ ਦੀ ਲੋਕੇਸ਼ਨ ਦਿੱਤੀ, ਲਾਈਕ ਜਿੱਦਾਂ ਫਸਟ ਪੈਰਾਗ੍ਰਾਫ, ਕਿਉਂਕਿ ਜਿੰਨੇ ਵੀ ਆਪਣੇ ਕੋਲ MCQ ਨੇ ਸਾਰਿਆਂ ਵਿੱਚ ਨਹੀਂ ਉਹਨਾਂ ਨੇ ਦਿੱਤਾ ਹੋਊਗਾ ਵੀ 6th ਪੈਰਾਗ੍ਰਾਫ, 4th ਪੈਰਾਗ੍ਰਾਫ, ਬਿਲਕੁਲ ਨਹੀਂ, ਇੱਕ ਅੱਧੇ ਵਿੱਚ ਹੀ ਦਿੱਤਾ ਹੋਊਗਾ। ਠੀਕ ਆ, ਉਹ ਆਪਾਂ ਪੜ੍ਹ ਸਕਦੇ ਹਾਂ। ਵੈਸੇ ਆਪਣੇ ਇੱਧਰ ਜਸਟ ਡਾਇਰੈਕਟ ਆਪਾਂ ਨੂੰ ਅਮੇਜ਼ਿੰਗ ਵਰਡ ਮਿਲ ਗਿਆ ਤਾਂ ਆਪਾਂ ਨੂੰ ਇੱਧਰ ਈਜ਼ੀ ਹੋ ਜਾਊਗਾ। ਇਟਸ ਅਮੇਜ਼ਿੰਗ ਦੈਟ ਹਿਊਮਨ ਬੀਂਗਸ ਕ੍ਰੋਸਡ ਅ ਕੁਆਟਰ ਆਫ ਮਿਲੀਅਨ ਮਾਈਲਸ ਆਫ ਸਪੇਸ। ਜਿਹੜੇ ਉਹ ਕਹਿੰਦੇ ਕੁਆਟਰ ਮਿਲੀਅਨ ਸਪੇਸ ਦੇ ਉਹਨਾਂ ਨੇ ਵਿਜ਼ਿਟ ਕਰ ਲਏ ਹੈਗੇ ਆ ਹਿਊਮਨ ਬੀਂਗਸ ਨੇ, ਟੂ ਵਿਜ਼ਿਟ ਆਵਰ ਨੀਅਰੈਸਟ ਕਲੈਸਟੀਅਲ ਨੇਬਰ ਬਿਫੋਰ ਪੈਨਟਰੇਟਿੰਗ। ਪੈਨਟਰੇਟਿੰਗ ਦਾ ਮਤਲਬ ਹੁੰਦਾ ਹੈਗਾ ਗਾ ਵੀ ਸ਼ੁਰੂਆਤ ਕਰਨੀ ਹੈ ਨਾ, ਜਸਟ 2 ਮਾਈਲਸ ਡੀਪ ਇਨਟੂ ਦ ਅਰਥਸ ਓਨ ਵਾਟਰ ਟੂ ਐਕਸਪਲੋਰ। ਠੀਕ ਆ, ਉਹ ਕਹਿੰਦੇ ਕਿ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਕਰ ਲਿਆ ਸੀ, ਬਿਫੋਰ ਕਾਹਦੇ ਤੋਂ, ਜਿਹੜੇ ਓਸ਼ੀਅਨ ਸੀਗੇ ਉਹਨਾਂ ਦੀ ਮਤਲਬ ਕਿ ਉਹਨਾਂ ਨੂੰ ਵਿਜ਼ਿਟ ਕਰਨ ਤੋਂ, ਜਾਂ ਜਿਹੜੀ ਉਹਨਾਂ ਦੀ ਗਹਿਰਾਈ ਸੀਗੀ ਉਹਨਾਂ ਨੂੰ ਵਿਜ਼ਿਟ ਕਰਨ ਤੋਂ ਪਹਿਲਾਂ ਉਹਨਾਂ ਨੇ ਕੀ ਵਿਜ਼ਿਟ ਕਰ ਲਿਆ ਸੀ, ਸਪੇਸ ਵਿਜ਼ਿਟ ਕਰ ਲਈ ਸੀਗੀ। ਠੀਕ ਆ, ਹੁਣ ਆਪਾਂ ਦੇਖਦੇ ਹਾਂ ਕਿ ਆਪਣਾ ਮੈਚ ਕਿਹਦੇ ਨਾਲ ਕਰਦਾ। ਇੰਨਾ ਆਪਾਂ ਪੜ੍ਹ ਲਿਆ, ਇਸ ਗੱਲੋਂ ਸਰਪ੍ਰਾਈਜ਼ ਹੋਇਆ ਸੀਗਾ। ਦੇਖੀਏ, ਵੀ ਸੈਂਡ ਰੋਬਰਟਸ ਟੂ ਮਾਸ। ਕੋਈ ਗੱਲ ਨਹੀਂ ਹੋਈ ਰੋਬਰਟਸ ਦੀ। ਠੀਕ ਆ, ਫਸਟ ਆਪਸ਼ਨ ਤਾਂ ਬਿਲਕੁਲ ਹੀ ਕੱਟੀ ਗਈ। ਇੱਦਾਂ ਆਪਾਂ ਐਲੀਮੀਨੇਟ ਮੈਥਡ ਨਾਲ ਕਰਨਾ ਹੈਗਾ। ਹੁਣ ਫਸਟ ਆਪਸ਼ਨ ਕੱਟੀ ਗਈ, ਆਪਾਂ ਨੂੰ ਪਤਾ ਲੱਗ ਗਿਆ ਇਹ ਆਪਸ਼ਨ ਬਿਲਕੁਲ ਨਹੀਂ ਆਉਣੀ। ਹੁਣ ਸੈਕਿੰਡ ਦੇਖ ਲਈਏ, ਵੀ ਚੂਜ਼ ਟੂ ਐਕਸਪਲੋਰ ਦ ਲੀਸਟ ਐਕਸੈਸੀਬਲ ਸਾਈਡ ਆਫ ਮੂਨ। ਕੋਈ ਐਕਸੈਸੀਬਲ ਸਾਈਡ ਦੀ ਗੱਲ ਕੀਤੀ ਕਿ ਆਪਾਂ ਮੂਨ ਦੀ, ਉਹਨਾਂ ਨੇ ਸਪੇਸ ਦੀ ਗੱਲ ਕੀਤੀ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਮੂਨ ਦੀ ਆਪਾਂ ਇੱਕੋ ਹੀ ਸਾਈਡ 'ਤੇ ਜਾਣਾ ਹੈ ਨਾ, ਜਾਂ ਫਿਰ ਆਪਣਾ ਕੋਈ ਐਕਸੈਸੀਬਲ ਸਾਈਡ ਦੀ ਕੋਈ ਗੱਲ ਨਹੀਂ ਹੋਈ ਹੈਗੀ। ਲਾਸਟ ਆਪਣੇ ਕੋਲ ਹੈਗਾ D, spaceships are sent beyond our solar system instead of exploring it। spaceships ਦੀ ਕੋਈ ਗੱਲ ਨਹੀਂ ਹੋਈ। ਆਪਣੇ ਕੋਲ ਆਪਸ਼ਨ ਤਾਂ ਰਹਿ ਗਈ C। ਠੀਕ ਆ, C ਆਪਸ਼ਨ ਆਪਣਾ ਆਨਸਰ ਹੁਣ ਦੇਖ ਲਈਏ ਕਿੱਦਾਂ। ਪੀਪਲ ਰੀਚ ਦ ਮੂਨ, ਮੂਨ ਸਪੇਸ ਦੀ ਗੱਲ ਹੋਈ ਸੀ। ਠੀਕ ਆ, ਪੀਪਲ ਰੀਚ ਦ ਮੂਨ ਬਿਫੋਰ ਦੇ ਐਕਸਪਲੋਰ ਦ ਡੀਪੈਸਟ ਪਾਰਟਸ ਆਫ ਅਰਥ ਓਸ਼ੀਅਨ। ਜਿਹੜੇ ਉਹ ਕਹਿੰਦੇ ਅਰਥ ਦੇ ਜਿਹੜੇ ਓਸ਼ੀਅਨਸ ਤੇ ਉਹਨਾਂ ਦੀ ਉਹਨਾਂ ਨੇ ਡੀਪੈਸਟ ਪਾਰਟਸ ਨੂੰ ਡੀਪੈਸਟ ਜਿਹੜੇ ਪਾਰਟਸ ਆ ਉਹਨਾਂ ਨੇ ਐਕਸਪਲੋਰ ਕਰਨ ਤੋਂ ਪਹਿਲਾਂ ਜਿਹੜਾ ਕਿ ਮੂਨ 'ਤੇ ਪਹੁੰਚ ਗਏ। ਆਪਾਂ ਸੇਮ ਗੱਲ ਪੈਸੇਜ ਦੇ ਵਿੱਚ ਪੜ੍ਹੀ, ਸੋ ਆਪਣਾ ਆਨਸਰ ਆ ਗਿਆ C। ਠੀਕ ਆ, ਹੁਣ ਆਪਾਂ ਨੈਕਸਟ ਕਰਦੇ ਹਾਂ। ਜੇ ਤੁਹਾਨੂੰ ਜਿਹੜਾ ਫਸਟ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਿਆ ਐਂਡ ਵਧੀਆ ਲੱਗੀ ਹੈ ਵੀਡੀਓ, ਤਾਂ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਹੁਣ ਦੇਖਦੇ ਹਾਂ ਆਪਾਂ ਨੈਕਸਟ ਆਪਣੇ ਕੋਲ ਕੀ ਆ। The writer argued that saying 71% of Earth's surface is ocean is not accurate because it। ਉਹ ਕਹਿੰਦੇ ਵੀ ਜਿਹੜਾ ਰਾਈਟਰ ਨੇ ਇਹਦੇ 'ਤੇ ਆਰਗੂ ਕੀਤਾ ਹੈਗਾ ਕਿ ਜਿਹੜਾ 71% ਆਪਾਂ ਕਹਿ ਦਿੰਦੇ ਹਾਂ ਕਿ ਅਰਥ 'ਤੇ ਓਸ਼ੀਅਨਸ ਆ, ਇਹ ਐਕੂਰੇਟ ਨਹੀਂ ਗਾ। ਕਾਹ ਤੋਂ ਐਕੂਰੇਟ ਨਹੀਂ, ਆਪਾਂ ਇਹ ਦੇਖਦੇ ਹਾਂ। ਆਪਣੇ ਕੋਲ ਜਸਟ ਕੀਵਰਡ ਕੀ ਆ, 71%। ਚਲਦੇ ਹੁਣ 71% ਦੇ ਪੈਸੇਜ ਵਿੱਚ ਆਪਾਂ ਨੂੰ ਕਿੱਥੇ ਮਿਲਦਾ, ਦੇਖੋ ਇੱਥੇ ਮਿਲ ਗਿਆ ਆਪਾਂ ਨੂੰ। ਠੀਕ ਆ, the figure we so often see quoted 71% of Earth's surface understates the ocean's importance। ਠੀਕ ਆ, ਉਹ ਕਹਿੰਦੇ ਵੀ ਜਿਹੜੇ
मतलब कि 71% ਜਿਹੜਾ ਆਪਾਂ ਮਤਲਬ ਕਿ ਆਫਨ ਹੀ ਸੁਣਦੇ ਹੈਗੇ ਆ ਉਹ ਓਸ਼ੀਅਨਸ ਦੀ ਜਿਹੜੀ ਇੰਪੋਰਟੈਂਸ ਨੂੰ ਦੱਸਦਾ ਵੀ ਕਿੰਨੇ ਹੈ ਨਾ ਓਸ਼ੀਅਨਸ ਕਿੰਨਾ % ਆਪਣੀ ਧਰਤੀ 'ਤੇ ਇਫ ਯੂ ਕੰਸੀਡਰ instead three-dimensional volumes, the land dwellers share of the planet shrink even more towards significance. ठीक है, less than 1% of the total. Most of the ocean's numerous volumes lies. ਉਹ ਹੁਣ ਦੇਖੋ ਕਹਿੰਦੇ ਝੂਠ ਆ ਇਹ ਲਾਈਜ਼ ਆ ਡੀਪ ਬਿਲੋ ਦਾ ਫੈਮਲੀਅਰ ਸਰਫੇਸ ਕਿਉਂਕਿ ਜਿਹੜੀ ਉਹਦੀ ਮਤਲਬ ਕਿ ਬਿਲੋ ਹੈ ਨਾ ਉਹਦਾ ਜਿਹੜਾ ਹੇਠਲਾ ਵਾ ਉਹਨੂੰ ਕਹਿੰਦੇ ਉਹ ਜਿਹੜਾ ਸਰਫੇਸ ਉਹ ਲਾਈਜ਼ ਆ The upper sunlight layer by one estimate contain only 2 or 3% of total space available to life ठीक ਆ ਉਹ ਕਹਿੰਦੇ 2 to 3% ਜਿਹੜਾ total space available ਆ and the others ठीक है 2 to 3% तो ਕਹਿੰਦੇ ਹੋਗੀ and the total space available to life the other 97% of Earth's biosphere lies deep beneath the water surface ਠੀਕ ਆ ਉਹਨਾਂ ਨੇ ਉਹ ਕਹਿੰਦੇ ਜਿਹੜੇ 97% ਉਹ ਝੂਠ ਬੋਲਦੇ ਹੈਗੇ ਆ ਕਿਉਂਕਿ ਵੇ ਸਨਲਾਈਟ ਨੈਵਰ ਪੈਨਰੇਟ ਅੰਟਿਲ ਰੀਸੈਂਟਲੀ ਇਟ ਵਾਜ਼ ਇੰਪੋਸੀਬਲ ਟੂ ਸਟੱਡੀ ਦ ਡੀਪ ਓਸ਼ੀਅਨ ਡਾਇਰੈਕਟਲੀ ਉਹ ਕਹਿੰਦੇ ਇਹ ਇੰਪੋਸੀਬਲ ਆ ਜਿਹੜੀ ਉਹਦੀ ਡੂੰਘਾਈ ਹੈਗੀ ਆ ਉਹਨਾਂ ਓਸ਼ੀਅਨਸ ਨੂੰ ਡਾਇਰੈਕਟਲੀ ਜਿਹੜੀ ਕਰਨਾ ਹੈਗਾ ਹੈ ਨਾ ਵੀ ਕਿੰਨਾ ਵਾ ਉਹ ਇੰਪੋਸੀਬਲ ਆ ਫਿਰ ਉਹ ਕਹਿੰਦੇ ਵੀ ਕਾਹਤੋਂ ਇਹ ਜਿਹੜਾ ਮਤਲਬ ਕਿ ਗਲਤ 71% ਕਿਉਂਕਿ 97 ਉਹ ਕਹਿੰਦੇ ਝੂਠ ਬੋਲਦੇ ਹੈਗੇ ਆ ਕੋਈ ਆਪਾਂ ਨੂੰ ਉਹਨਾਂ ਨੇ ਦੱਸਿਆ ਨਹੀਂ ਹੈਗਾ ਗਾ ਵੀ ਕਿੰਨੀ % ਜਿਹੜਾ ਓਸ਼ਨ ਹੈ ਅਸਲ ਵਿੱਚ ਕਿੰਨਾ ਵਾ ਉਹ ਕਹਿੰਦੇ ਕਿਉਂਕਿ ਜਿਹੜੇ ਮਤਲਬ ਹੇਠਲਾ ਹਿੱਸਾ ਵਾ ਸਮੁੰਦਰ ਦਾ ਉਹ ਮਿਲਿਆ ਹੀ ਨਹੀਂ ਇਸ ਜਿਹੜਾ 71% ਵਿੱਚ ਆਉਂਦਾ ਹੀ ਨਹੀਂ ਹੈਗਾ ਠੀਕ ਆ ਹੁਣ ਆਪਾਂ ਚੱਲਦੇ ਹਾਂ ਕੁਐਸਚਨ 'ਤੇ ਕੀ ਸੀ ਆਪਣੇ ਕੋਲੇ ਆਪਣੇ ਕੋਲ ਲਾਸਟ ਦੇ ਦਿਆਂ ਡੀ ਰੈਫਰਸ ਟੂ ਦ ਪ੍ਰਪੋਰਸ਼ਨ ਆਫ ਵਾਟਰ ਵਿਚ ਲਾਈਫ ਇਜ਼ ਪੋਸੀਬਲ ਕੋਈ ਨਹੀਂ ਠੀਕ ਆ ਲਾਈਫ ਪੋਸੀਬਲ ਹੈ ਜਾਂ ਕੋਈ ਗੱਲ ਨਹੀਂ ਹੋਈ ਸੀ ਓਵਰਲੁਕਸ ਦ ਸਿਗਨੀਫਿਕੈਂਸ ਆਫ ਲੈਂਡਸਕੇਪ ਫੀਚਰਸ ਕੋਈ ਫੀਚਰਸ ਦੀ ਗੱਲ ਨਹੀਂ ਹੋਈ ਲੈਂਡਸਕੇਪ 'ਤੇ ਠੀਕ ਆ ਬੀ ਇਜ਼ ਬੇਸਡ ਔਨ ਐਸਟੀਮੇਟਡ ਵੋਲੀਅਮ ਐਸਟੀਮੇਟ ਨਹੀਂ ਕੀਤਾ ਉਹਨਾਂ ਨੇ ਕੀਤਾ ਹੈ 71% ਉਹ ਕਹਿੰਦੇ ਸਪੇਸ 'ਤੇ ਐਸਟੀਮੇਟ ਨਹੀਂ ਹੈ ਉਹਨਾਂ ਨੇ ਸਹੀ ਮਿਲਿਆ ਪਰ ਉਹ ਕਹਿੰਦੇ ਵੀ ਡੰਗਾਈ ਨਹੀਂ ਮਿਲੀ ਉੱਤੋਂ ਹੀ ਮਿਲਿਆ ਹੈਗਾ ਗਾ ਠੀਕ ਆ ਐਂਡ ਆਪਣੇ ਕੋਲ ਆ ਗਿਆ ਬੀ ਵੀ ਕੱਟਿਆ ਗਿਆ ਸੀ ਵੀ ਕੱਟਿਆ ਗਿਆ ਡੀ ਵੀ ਕੱਟਿਆ ਗਿਆ ਆਪਸ਼ਨ ਰਹਿ ਗਈ ਏ ਠੀਕ ਆ ਹੁਣ ਆਪਾਂ ਦੇ ਦਿਆਂ ਇਗਨੋਰ ਦ ਡੈਪਥ ਆਫ ਵਰਡਸ ਓਸ਼ੀਅਨ ਦੇਖੋ ਆਪਾਂ ਨੂੰ ਉਹਨਾਂ ਨੇ ਉੱਥੇ ਬਲੋ ਕਿਹਾ ਸੀ ਉਹ ਕਹਿੰਦੇ ਵੀ ਹੇਠਾਂ ਵਾਲੀ ਜਿਹੜੀ ਹੈਗੀ ਹੈ ਨਾ ਗਹਿਰਾਈ ਨਹੀਂ ਮਾਪੀ ਜਾਂਦੀ ਇੱਥੇ ਵੀ ਉਹਨਾਂ ਨੇ ਆਪਾਂ ਨੂੰ ਕਹਿਤਾ ਕਿ ਉਹਨਾਂ ਨੇ ਡੈਪਥ ਉਹ ਇਗਨੋਰ ਕੀਤੀ ਹੋਈ ਹੈ 71% ਵਿੱਚ ਠੀਕ ਆ ਸੋ ਆਪਣਾ ਆਪਸ਼ਨ ਏ ਇਜ਼ ਐਕੂਰੇਟ ਹੁਣ ਨੈਕਸਟ ਆਪਾਂ ਦੇਖ ਲਈਏ ਆਪਣੇ ਕੋਲ ਕੀ ਆ ਹਾਊ ਡਿਡ ਦ ਡਾਈਵਿੰਗ ਬੈਲ ਹੈਲਪਸ ਦ ਡਿਵਰਸ ਠੀਕ ਆ ਹੁਣ ਇੱਥੇ ਡਾਈਵਿੰਗ ਬੈਲ ਦੀ ਗੱਲ ਹੋਈ ਉਹ ਕਹਿੰਦੇ ਵੀ ਕਿੱਦਾਂ ਉਹ ਜਿਹੜੀ ਹੈਲਪ ਕਰਦੀ ਹੈਗੀ ਆਪਾਂ ਜਸਟ ਕੀਵਰਡ ਲੈਣਾ ਹੈਗਾ ਡਾਈਵਿੰਗ ਬੈਲ ਐਂਡ ਆਪਾਂ ਪੈਸਿਸ 'ਤੇ ਪਹੁੰਚਣਾ ਵਾ ਠੀਕ ਆ ਫਿਰ ਤੋਂ ਇਹ ਵਾਲਾ ਨਹੀਂ ਪੜ੍ਹਨਾ ਠੀਕ ਆ ਬੀ ਸੀ ਡੀ ਬਿਲਕੁਲ ਨਹੀਂ ਪੜ੍ਹਨਾ ਆਪਾਂ ਨੂੰ ਕਨਫਿਊਜ਼ ਕਰੂਗਾ ਜੇ ਪਹਿਲਾਂ ਪੜ੍ਹ ਲਿਆ ਦੇਖੋ ਇੱਦਾਂ ਕਰੋਗੇ ਨਾ ਤੁਸੀਂ ਇੱਕ ਵਾਰੀ ਅਪਲਾਈ ਕਰਕੇ ਦੇਖੋ ਜਿਹੜੀਆਂ ਟ੍ਰਿਕਸ ਆ ਡੈਫੀਨੇਟਲੀ ਵਰਕ ਕਰਨੀਆਂ ਜਿਹੜੇ ਡਾਈਵਿੰਗ ਬੈਲਸ ਆ ਹੁਣ ਆਪਾਂ ਇਹ ਦੇਖ ਲਈਏ ਕੀ ਕਹਿੰਦੇ ਆਪਾਂ ਨੂੰ ਇਹਦੇ ਬਾਰੇ ਦੇਖੋ ਆਪਣਾ ਜਿਹੜਾ ਹੈਗਾ ਗਾ ਇੱਥੋਂ ਤੱਕ ਤਾਂ ਗੱਲ ਹੋ ਗਈ ਸੀਗੀ ਹੈ ਨਾ ਡਾਇਰੈਕਟਲੀ ਤੱਕ ਦੇਖੋ ਗਾਂ ਆ ਗਿਆ ਆਪਣਾ ਡਾਈਵਿੰਗ ਬੈਲਸ ਇਹ ਵੀ ਇੱਕ ਹੁੰਦਾ ਵਾ ਠੀਕ ਹੈ ਟਾਈਮ ਸੇਵਿੰਗ ਦਾ ਕਿਉਂਕਿ ਟਾਈਮ ਦੀ ਬੱਚੇ ਨੂੰ ਪ੍ਰੋਬਲਮ ਹੁੰਦੀ ਹੈ ਨਾ ਦੇਖੋ ਜੇ ਆਪਾਂ ਇੱਥੋਂ ਤੱਕ ਪੜ੍ਹ ਲਿਆ ਵਾ ਹੈ ਨਾ ਆਪਾਂ ਪੜ੍ਹਿਆ ਸੀਗਾ ਇੱਥੋਂ ਲੈ ਕੇ ਇੱਥੋਂ ਤੱਕ ਹੈ ਨਾ ਤਾਂ ਫਿਰ ਮਤਲਬ ਕਿ ਆਪਣਾ ਜਿਹੜਾ ਨੈਕਸਟ ਵਾਲਾ ਹੋਊਗਾ ਨੀਚੇ ਹੋਊਗਾ ਆਪਾਂ ਨੂੰ ਉੱਪਰ ਪੜ੍ਹਨ ਦੀ ਲੋੜ ਨਹੀਂ ਕਿਉਂਕਿ ਉੱਪਰ ਪੜ੍ਹਾਂਗੇ ਤਾਂ ਟਾਈਮ ਵੇਸਟ ਹੋਊਗਾ ਅਤੇ ਇੱਕ ਗੱਲ ਹੋਰ ਜਦੋਂ ਆਪਾਂ ਨੂੰ ਇੱਥੇ ਅਮੇਜ਼ਿੰਗ ਵਰਡ ਮਿਲ ਗਿਆ ਸੀ ਨਾ ਜਿਹੜਾ ਆਪਾਂ ਆ ਨਹੀਂ ਪੜ੍ਹਿਆ ਆਹ ਵਾਲਾ ਨਹੀਂ ਪੜ੍ਹਿਆ ਹੈ ਨਾ ਜਸਟ ਆਪਾਂ ਕੀਵਰਡ 'ਤੇ ਜਾਂਦੇ ਹਾਂ ਦੇਖੋ ਜੇ ਹੁਣ ਆਪਾਂ ਕੀਵਰਡ 'ਤੇ ਨਾ ਵੀ ਜਾਂਦੇ ਹੁਣ ਜਿਹੜਾ ਹੁਣ ਕਰਦੇ ਪਏ ਆਪਾਂ ਡਾਈਵਿੰਗ ਬੈਲਸ ਨਾ ਦਿੰਦੇ ਕੀਵਰਡ ਨਾ ਕੋਈ ਚੱਕਦੇ ਹੈ ਨਾ ਫਿਰ ਆਪਾਂ ਨੂੰ ਸ਼ੁਰੂ ਤੋਂ ਪੜ੍ਹਨਾ ਪੈਣਾ ਸਾਰਾ ਵੀ ਕਿੱਥੇ ਹੈ ਨਾ ਹੁਣ ਆਪਾਂ ਨੂੰ ਮੈਂਟੋ ਮਿਲ ਗਿਆ ਇਸ ਲਈ ਜਿਹੜਾ ਕੀਵਰਡ ਆਪਾਂ ਜਦੋਂ ਪਿਕਅਪ ਕਰਦੇ ਸਿੱਧਾ ਆਪਾਂ ਡਾਇਰੈਕਟ ਪੈਸੇਜ 'ਤੇ ਜਾਂਦੇ ਹਾਂ ਹੈ ਨਾ ਲੋਕੇਸ਼ਨ ਮਿਲਦੀ ਹੈ ਆਪਾਂ ਨੂੰ ਫਿਰ ਇਨਫੋਰਮੇਸ਼ਨ ਪੜ੍ਹਦੇ ਹਾਂ ਤਾਂ ਇਹ ਜ਼ਿਆਦਾ ਵਰਕ ਕਰਦੀ ਹੈ ਕਿ ਟਾਈਮ ਸੇਵ ਕਰਨ ਲਈ ਠੀਕ ਆ ਹੁਣ ਡਾਈਵਿੰਗ ਬਿਲ ਅਲਾਉ ਟੂ ਪੀਪਲ ਟੂ ਸਟੇ ਅੰਡਰ ਵਾਟਰ ਫੋਰ ਅ ਸ਼ੋਰਟ ਟਾਈਮ ਜਿਹੜੀ ਮਤਲਬ ਕਿ ਜਿਹੜੀ ਪੀਪਲ ਨੂੰ ਅਲਾਉ ਕਰਦੀ ਆ ਪਾਣੀ ਵਿੱਚ ਰਹਿਣ ਲਈ ਕੁਛ ਕੁ ਟਾਈਮ ਲਈ ਦੇ ਕੁਡ ਸਵਿਮ ਉਹ ਜਿਹੜੇ ਸਵਿਮ ਕਰ ਸਕਦੇ ਆ ਟੂ ਹੈਲਪ ਟੂ ਬਿਨ ਬ੍ਰੈਥ ਏਅਰ ਟਰੈਪਡ ਅੰਡਰਨੈਥ ਇਟ ਰੈਦਰ ਦੈਨ ਰਿਟਰਨ ਆਲ ਦਾ ਵੇ ਟੂ ਸਰਫੇਸ ਉਹ ਕਹਿੰਦੇ ਜਿਹੜੀ ਇਹ ਕਰਦੇ ਹੈਗੇ ਏਅਰ ਟਰੈਪ ਹੁੰਦੀ ਏਅਰ ਫਸ ਜਾਂਦੀ ਆ ਅੰਡਰ ਜਾਣੀ ਕਿ ਇਹਦੀ ਡੰਗਾਈ ਹੇਠਾਂ ਵਾਲਾ ਹਿੱਸੇ ਨੂੰ ਕਿਹਾ ਗਿਆ ਵਾ ਉੱਥੇ ਚਲੀ ਜਾਂਦੀ ਜਿਹੜੀ ਏਅਰ ਇਟ ਰੈਦਰ ਦੈਨ ਰਿਟਰਨ ਆਲ ਦਾ ਵੇ ਟੂ ਸਰਫੇਸ ਜਾਣੀ ਕਿ ਜਿਹੜੀ ਉੱਪਰ ਏਅਰ ਹੈ ਨਾ ਰਹਿ ਜਾਂਦੀ ਹੈ ਸਰਫੇਸ 'ਤੇ ਉਹ ਵਾਲੀ ਏਅਰ ਉਹ ਸਰਫੇਸ 'ਤੇ ਨਹੀਂ ਰਹਿੰਦੀ ਉਹ ਕਹਿੰਦੇ ਇਹ ਜਾਣੀ ਕਿ ਡਾਈਵਿੰਗ ਬੈਲਸ ਦੀ ਹੈਲਪ ਦੇ ਨਾਲ ਜਿਹੜੀ ਹਵਾ ਹੈਗੀ ਹੈ ਨਾ ਉਹ ਨੀਚੇ ਚਲੀ ਜਾਂਦੀ ਹੈਗੀ ਹੈ ਠੀਕ ਆ ਤਾਂ ਜੋ ਈਜ਼ੀਲੀ ਹੈ ਨਾ ਮਤਲਬ ਕਿ ਸਾਹ ਲੈ ਸਕਣ ਏਅਰ ਚਲੀ ਜਾਂਦੀ ਆ ਇਹ ਇਸ ਤਰ੍ਹਾਂ ਉਹ ਹੈਲਪ ਕਰਦੀ ਆ ਆਪਾਂ ਦੇਖਦੇ ਹੁਣ ਕਿੱਦਾਂ ਹੈ ਉਹਦੇ ਵਿੱਚ ਕਿੰਨਾ ਮੈਚ ਕਰਦਾ
ਦੇਖ ਲਈਏ ਆਪਾਂ ਫਸਟ ਆਪਣੇ ਕੋਲ ਕੀ ਹੈਗਾ, ਇਟ ਅਲਾਉਡ ਈਚ ਡਾਈਵਰ ਟੂ ਕੈਰੀ ਅ ਸਪਲਾਈ ਆਫ ਏਅਰ ਅੰਡਰ ਵਾਟਰ। ਦੇਖੋ ਉਹ ਕਹਿੰਦੇ ਵੀ ਅਲਾਉ ਕਰਦੀ ਹੈਗੀ ਈਚ ਡਾਈਵਰ ਨੂੰ ਕੈਰੀ ਆਫ, ਜਾਣੀ ਉਹ ਕੈਰੀ ਤਾਂ ਨਹੀਂ ਕਰਦੇ ਹੈਗੇ ਹੈ ਨਾ, ਉਹ ਤਾਂ ਡਾਈਵਿੰਗ ਬੈਲਸ ਆਪਣੇ ਆਪ ਜਿਹੜੀ ਉਹਨੂੰ ਏਅਰ ਆਫਰ ਕਰਦੀ ਹੈ ਨੀਚੇ, ਠੀਕ ਆ, ਹੇਠਲੇ ਇਹ ਸਮੁੰਦਰ ਦੇ ਹੇਠਲੇ ਹਿੱਸੇ ਵਿੱਚ, ਤਾਂ ਉਹ ਕੈਰੀ ਨਹੀਂ ਕਰਦੇ। ਇਹ ਆਪਸ਼ਨ ਆਪਣਾ ਬਿਲਕੁਲ ਕੱਟਿਆ ਗਿਆ। ਜੇਕਰ ਤੁਹਾਨੂੰ ਲੱਗਦਾ ਵੀ ਹੈ ਨਾ ਵੀ ਇਹ ਆਪਸ਼ਨ ਆ ਸਕਦਾ, ਤੈਨੂੰ ਇੱਕ ਵਾਰੀ ਹੋਲਡ ਕਰ ਲਓ, ਠੀਕ ਆ, ਜਾਣੀ ਕਿ ਆਪਾਂ ਇੱਕ ਵਾਰੀ ਹੋਲਡ ਕਰ ਲੈਨੇ ਵੀ ਇਹ ਵੀ ਆ ਸਕਦਾ, ਫਿਰ ਆਪਾਂ ਨੈਕਸਟ ਪੜ੍ਹ ਕੇ ਦੇਖ ਲੈਨੇ ਵੀ ਜੇ ਆਪਾਂ ਨੂੰ ਲੱਗਾ ਹੈ ਨਾ, ਤਾਂ ਫਿਰ ਆਪਾਂ ਜੇ ਆਪਣੇ ਕੋਲ ਕੋਈ ਆਪਸ਼ਨ ਤਿੰਨੇ ਬਾਕੀ ਕੱਟਿਆਂਗੇ ਫਿਰ ਇਹ ਹੀ ਹੋ ਸਕਦਾ ਵਾ। ਜੇ ਆਪਣੇ ਕੋਈ ਹੋਰ ਵੀ ਇਦੋਂ ਬੈਟਰ ਲੱਗੀ ਤਾਂ ਆਪਾਂ ਉਹ ਦੇਖ ਲੈਂਦੇ ਹਾਂ। ਇੱਕ ਵਾਰੀ ਹੋਲਡ ਕਰ ਲਓ, ਵੈਸੇ ਮੇਰੇ ਹਿਸਾਬ ਨਾਲ ਕੈਰੀ ਆ ਗਿਆ ਹੈ ਨਾ, ਤਾਂ ਕੱਟਿਆ ਜਾਊਗਾ। ਹੁਣ ਆਪਾਂ ਕਰਦੇ ਹਾਂ, ਇਟ ਨੇਬਲ ਪਾਈਪਰ ਏਅਰ ਟੂ ਰੀਚ ਡੀਪ ਬਿਲੋ ਦਾ ਸਰਫੇਸ। ਉਹ ਕਹਿੰਦੇ ਵੀ ਇਹ ਪਾਈਪਸ ਨੂੰ ਇਨੇਬਲ ਕਰਦੀ ਹੈਗੀ ਆ ਕਿ ਉਹ ਜਿਹੜਾ ਮਤਲਬ ਕਿ ਜਾ ਸਕਣ ਸਰਫੇਸ 'ਤੇ। ਬਿਲਕੁਲ ਨਹੀਂ ਹੈ ਨਾ, ਏਅਰ ਨੂੰ ਪਾਈਪਸ ਦੇ ਰਾਹੀਂ ਕੋਈ ਨਹੀਂ ਗੱਲ ਹੋਈ, ਆਪਣਾ ਬੀ ਤਾਂ ਬਿਲਕੁਲ ਹੀ ਕੱਟਿਆ ਗਿਆ, ਠੀਕ ਆ। ਹੁਣ ਆਪਣੇ ਕੋਲ ਡੀ ਏ ਰਹਿ ਗਿਆ, ਇਟ ਮੀਨਸ ਦੈਟ ਦੇ ਕੁਡ ਡਾਈਵਸ ਐਜ਼ ਅ ਡੀਪ ਐਜ਼ 500 ਫੀਟ। 500 ਦੀ ਆਪਾਂ ਕੋਈ ਗੱਲ ਨਹੀਂ ਕੀਤੀ ਸੀ, ਤਾਂ ਆਪਣਾ 500 ਤਾਂ ਬਿਲਕੁਲ ਹੀ ਕੱਟਿਆ ਗਿਆ ਨਾ, ਹੈ ਨਾ। ਰਹਿ ਗਿਆ ਆਪਣੇ ਕੋਲ ਸੀ ਅਤੇ ਏ, ਹੈ ਨਾ। ਹੁਣ ਆਪਾਂ ਏ ਤਾਂ ਆਪਣਾ ਪੜ੍ਹਿਆ ਹੀ ਆ, ਆਪਾਂ ਇੱਕ ਵਾਰੀ ਹੋਲਡ ਕਰੀ ਬੈਠੇ ਹਾਂ। ਹੁਣ ਸੀ ਦੇਖ ਲਈਏ, ਇਟ ਆਫਰਡ ਐਕਸੈਸ ਟੂ ਅ ਰਿਜ਼ਰਵਰ ਆਫ ਏਅਰ ਬਿਲੋ ਦਾ ਸਰਫੇਸ। ਰਿਜ਼ਰਵਰ ਦਾ ਮਤਲਬ ਹੁੰਦਾ ਹੈਗਾ ਗਾ, ਜਾਣੀ ਆਪਾਂ ਕਹਿ ਦਿੰਦੇ ਹਾਂ ਕਿਸ ਚੀਜ਼ ਨੂੰ, ਭੰਡਾਰ ਆਪਾਂ ਕਹਿੰਦੇ ਵਾਹਵਾ ਸਾਰੀ ਚੀਜ਼, ਠੀਕ ਆ, ਹੈ ਨਾ। ਉਹਦਾ ਉਹ ਕਹਿੰਦੇ ਹਵਾ ਦਾ ਜਿਹੜਾ ਆਫਰ ਕਰਦਾ ਹੈਗਾ ਬਿਲੋ ਦਾ ਸਰਫੇਸ ਦੇ ਨੀਚੇ, ਹੈ ਨਾ, ਉਹ ਹਵਾ ਨੂੰ ਜਾਣੀ ਕਿ ਆਫਰ ਕਰਦਾ ਹੈਗਾ ਡਾਈਵਰਸ ਨੂੰ, ਠੀਕ ਆ। ਅਤੇ ਹੁਣ ਦੇਖੋ ਆਪਾਂ ਨੂੰ ਕੀ ਮਿਲਦਾ ਹੈਗਾ ਗਾ, ਜਿਹੜਾ ਉਹਨਾਂ ਨੇ ਕੈਰੀ ਕਿਹਾ ਵਾ, ਕੈਰੀ ਵਾਲੀ ਆਪਸ਼ਨ ਨਹੀਂ ਨਾ, ਆਪਸ਼ਨ ਕੱਟੀ ਜਾ ਰਹੀ ਹੈ ਕਿਉਂਕਿ ਉਹ ਕੈਰੀ ਨਹੀਂ ਕਰਦੇ, ਬਲਕਿ ਜਿਹੜੀ ਹੈਗੀ ਹੈ ਡਾਈਵਿੰਗ ਸਕਿੱਲਸ ਉਹਨੂੰ ਆਫਰ ਕਰਦੀ ਹੈਗੀ ਆ ਹਵਾ ਨੂੰ ਸਰਫੇਸ ਦੇ ਨੀਚੇ, ਠੀਕ ਆ। ਸੋ ਆਨਸਰ ਆ ਗਿਆ ਆਪਣਾ ਸੀ। ਦੇਖੋ ਆਪਾਂ ਜਿਹੜੇ ਤਿੰਨੇ ਹੈਗੇ ਕਿੰਨੇ ਐਕੂਰੇਟਲੀ ਸੋਲਵ ਕਰ ਲਏ ਹੈ ਨਾ, ਅਤੇ ਕਿੰਨਾ ਜਿਹੜਾ ਥੋੜ੍ਹਾ ਟਾਈਮ ਲੱਗਾ। ਇਸ ਲਈ ਜੋ ਤੁਸੀਂ ਇਕੱਲੇ ਕਰੋਗੇ ਨਾ ਤਾਂ ਟਾਈਮ ਬਹੁਤ ਘੱਟ ਲੱਗੂਗਾ, ਕਿਉਂਕਿ ਮੈਂ ਤਾਂ ਐਕਸਪਲੇਨ ਕਰਦੀ ਹਾਂ। ਜਦੋਂ ਆਪਾਂ ਖੁਦ ਪੜ੍ਹਦੇ ਹੈਗੇ ਹਾਂ ਤਾਂ ਫਿਰ ਆਪਣੇ ਆਪ ਹੀ ਹੈ ਨਾ, ਆਪਾਂ ਜਦੋਂ ਇੰਗਲਿਸ਼ ਪੜ੍ਹਦੇ ਹਾਂ ਤਾਂ ਆਪਾਂ ਨੂੰ ਆਪ ਹੀ ਬ੍ਰੇਨ 'ਚ ਸਮਝ ਆਈ ਜਾਂਦਾ ਹੈ ਨਾ ਵੀ ਕੀ ਗੱਲ ਹੋ ਰਹੀ ਆ। ਇੱਥੇ ਮੈਂ ਪਹਿਲਾਂ ਪੜ੍ਹਦੀ ਹਾਂ ਫਿਰ ਤੁਹਾਨੂੰ ਦੱਸਦੀ ਹਾਂ, ਇਹਦੇ ਨਾਲ ਟਾਈਮ ਥੋੜ੍ਹਾ ਜ਼ਿਆਦਾ ਲੱਗਦਾ ਪਿਆ, ਪਰ ਜੇ ਤੁਸੀਂ ਇਕੱਲੇ ਕਰਕੇ ਦੇਖੋਗੇ ਤਾਂ ਬਹੁਤ ਜ਼ਿਆਦਾ ਟਾਈਮ ਸੇਵ ਹੋਊਗਾ। ਓਕੇ, ਬਸ ਅੱਜ ਆਪਣੇ ਕੋਲ ਇਹੀ ਜਿਹੜੇ 10 MCQ ਸੀਗੇ, ਆਪਾਂ ਜਿਸ ਤਰ੍ਹਾਂ ਕੀਤੇ ਹੈਗੇ ਆ ਤੁਸੀਂ ਇਸ ਤਰ੍ਹਾਂ ਜ਼ਰੂਰ ਅਪਲਾਈ ਕਰਕੇ ਦੇਖੋ ਟਿਪਸ ਐਂਡ ਟ੍ਰਿਕਸ, ਅਤੇ ਦੇਖੋ ਤੁਹਾਡੀ ਕਿੱਦਾਂ ਐਕੂਰੇਸੀ ਜਿਹੜੀ ਮੇਨਟੇਨ ਹੁੰਦੀ ਆ। ਥੈਂਕਸ ਫॉर ਵਾਚਿੰਗ।